हर साल सिख मोटरसाइकिल क्लब ऑफ ओंटारियो वालों राइड फॉर राजा ਨਾਂ ਦੀ ਰਾਈਡ ਕਰਵਾਈ ਜਾਂਦੀ ਹੈ। ਇਸ ਸਾਲ ਵੀ 10ਵੀਂ ਸਾਲਾਨਾ ਰਾਈਡ ਫॉर ਰਾਜਾ 26 ਜੂਨ ਨੂੰ ਹੋਣ ਜਾ ਰਹੀ ਹੈ। ਇਹ ਰਾਈਡ 26 ਜੂਨ ਨੂੰ ਪੀਲ ਚਿਲਡਰਨਸ ਏਡਸ ਦੀ ਬਿਲਡਿੰਗ ਤੋਂ ਸ਼ੁਰੂ ਅਤੇ ਉੱਥੇ ਹੀ ਖਤਮ ਕੀਤੀ ਜਾਵੇਗੀ। ਇਹ ਰਾਈਡ ਮੁੱਖ ਰਾਜੇ ਦੀ ਲਾਈਫ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਈ ਜਾਂਦੀ ਹੈ। ਇਸ ਵਿੱਚ ਉਸਦੇ ਚੰਗੇ ਕੰਮਾਂ ਜਿਵੇਂ ਉਸ ਵੱਲੋਂ ਲੋਕਾਂ ਦੀ ਮਦਦ ਕਰਨਾ ਅਤੇ ਉਸਦੀ ਸੋਚ ਆਦਿ ਨੂੰ ਯਾਦ ਕੀਤਾ ਜਾਂਦਾ ਹੈ। ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਉਹਨਾਂ ਨੇ ਸਿੱਖ ਕਿਡਜ਼ ਰਾਈਡ ਵਾਸਤੇ ਦੱਸਿਆ ਅਬਾਊਟ 600 ਰਾਈਡਰਸ ਨੇ ਲਾਸਟ ਈਅਰ ਜੁਆਇਨ ਕੀਤਾ ਸੀ। ਇਸ ਵਾਰ ਅਬਾਊਟ 800 ਰਾਈਡਰਸ ਇਸ ਰਾਈਡ ਨੂੰ ਜੁਆਇਨ ਕਰਨਗੇ। ਆਪਾਂ ਫੰਡ ਸਿੱਖ ਕਮਿਊਨਿਟੀ ਚੋਂ ਇਕੱਠੇ ਕਰਕੇ ਸਿੱਖ ਕਿਡਜ਼ ਦੀ ਜਿੰਨੀ ਮਦਦ ਹੋ ਸਕੇ ਓਨੀ ਕਰੀਏ। ਉਹਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ, ਸਾਨੂੰ ਜੁਆਇਨ ਕਰੋ। ਸਾਡੇ ਨਾਲ ਹੋਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਲਾਇਸੈਂਸ ਲੈਣ ਦੇ ਰਿਗਾਰਡਿੰਗ ਜਾਂ ਤੁਹਾਨੂੰ ਮੋਟਰਸਾਈਕਲ ਵਾਸਤੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਅੱਜ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਸਾਨੂੰ ਸ਼ਾਮ 5 ਵਜੇ ਤੱਕ ਇਸ ਬੂਥ ਤੇ ਅਸੀਂ ਅਵੇਲੇਬਲ ਹੋਵਾਂਗੇ। ਸਾਨੂੰ ਇੱਥੇ ਆ ਕੇ ਮਿਲੋ। ਅੱਜ ਅਸੀਂ ਸਾਡਾ ਸਿਰ ਮਾਨ ਦੇ ਨਾਲ ਉੱਚਾ ਵੀ ਹੁੰਦਾ ਹੈ ਤੇ ਹੰਬਲ ਵੀ ਆ। ਅਸੀਂ ਉਨੇ ਹੀ ਅਨਾਉਂਸ ਕਰਦੇ ਹੋਏ ਕਿ ਸਾਡੀ 10th ਐਨੂਅਲ ਰਾਈਡ ਫॉर ਰਾਜਾ 26 ਜੂਨ ਨੂੰ ਹੋਣ ਜਾ ਰਹੀ ਹੈ। ਅਸੀਂ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਰਾਜੇ ਦੀ ਲਾਈਫ ਨੂੰ ਸੈਲੀਬ੍ਰੇਟ ਕਰਦੇ ਹਾਂ। ਉਹਨੇ ਬਹੁਤ ਹੀ ਅੱਛੀ ਜ਼ਿੰਦਗੀ ਜੀ ਜਿਹਦੇ ਵਿੱਚ ਕਿ ਉਹ ਦੂਸਰਿਆਂ ਦੀ ਮਦਦ ਕਰਨ ਨੂੰ ਹਮੇਸ਼ਾ ਤੀਬਰ ਰਹਿੰਦਾ ਸੀ। ਅਸੀਂ ਉਹਦੀ ਸੋਚ ਨੂੰ ਲੈ ਕੇ ਅੱਗੇ ਚੱਲੇ ਤੇ ਅਸੀਂ ਕਮਿਊਨਿਟੀ ਨੂੰ ਵਾਪਸ ਦੇਣ ਦੇ ਵੱਲ ਕਦਮ ਵਧਾਏ। ਉਹਦੇ ਵਿੱਚ ਅਸੀਂ ਪੀਲ ਚਿਲਡਰਨਸ ਏਡ ਦੀ ਮਦਦ ਕਰਦੇ ਹਾਂ। ਹਰ ਵੇਲੇ ਰੇਜ਼ ਕੀਤੇ ਹੋਏ ਫੰਡਸ 100% ਉਹਨਾਂ ਨੂੰ ਦਿੱਤੇ ਜਾਂਦੇ ਨੇ। ਸੋ ਇਸ ਵਾਰੀ ਰਾਈਡ ਫॉर ਰਾਜਾ ਦੀ 10th ਐਨੂਅਲ ਰਾਈਡ 26 ਜੂਨ ਨੂੰ ਪੀਲ ਚਿਲਡਰਨ ਏਡ ਦੀ ਬਿਲਡਿੰਗ ਤੋਂ ਹੀ ਸ਼ੁਰੂ ਕੀਤੀ ਜਾਏਗੀ ਤੇ ਉੱਥੇ ਹੀ ਖਤਮ ਕੀਤੀ ਜਾਏਗੀ। ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਤੇ ਸਾਨੂੰ ਰਾਬਤਾ ਕਾਇਮ ਕਰ ਸਕਦੇ ਹੋ ਜਾਂ 905 783 8484 ਤੇ ਫ਼ੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਅਸੀਂ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਤੁਹਾਡਾ ਉਡੀਕ ਕਰਾਂਗੇ। ਤੁਸੀਂ ਤਨ ਮਨ ਧਨ ਦੇ ਨਾਲ ਸਾਡੀ ਹੈਲਪ ਕਰ ਸਕਦੇ ਹੋ। ਇਸ ਵਾਰੀ ਸਾਡਾ ਗੋਲ ਹੈ ਕਿ ਅਸੀਂ 100,000 ਯਾਨੀ ਕਿ $1 ਲੱਖ ਉਹਨਾਂ ਨੂੰ ਇਕੱਠਾ ਕਰਕੇ ਦੇਣਾ ਚਾਹੁੰਦੇ ਹਾਂ ਤੇ ਸਾਡੀ ਇੱਛਾ ਹੈ ਕਿ ਸਾਡੇ ਕੋਲ 300 ਤੋਂ ਜ਼ਿਆਦਾ ਰਾਈਡਰਸ ਜ਼ਰੂਰ ਪਹੁੰਚਣ। ਇਹ ਬਿਲਕੁਲ ਪੋਸੀਬਲ ਹੈ। ਜੋ ਤੁਸੀਂ ਸੋਚਦੇ ਹੋ ਤੁਸੀਂ ਕਰ ਸਕਦੇ ਹੋ। ਬਾਬਾ ਜੀ ਆਪੇ ਹੀ ਰਾਹ ਮਿਲਾਉਂਦੇ ਰਹਿੰਦੇ ਨੇ। ਸੋ ਆਈ ਐਮ ਸ਼ੋਰ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਗੋਲ ਓਵਰ ਅਚੀਵ ਕਰਾਂਗੇ। ਤੁਸੀਂ ਜ਼ਰੂਰ ਸਾਡੀ ਮਦਦ ਕਰਨਾ। ਸੋ ਰਾਈਡ ਫॉर ਰਾਜਾ ਔਨ June 26 ਪਲੀਜ਼ ਹੈਲਪ ਅਸ। ਗੇਟਸ ਇੰਟਰਨੈਸ਼ਨਲ ਵੱਲੋਂ 2 ਪ੍ਰੋਗਰਾਮ ਲਾਂਚ ਕੀਤੇ ਗਏ। ਇੱਕ ਗੇਟਸ ਸਟਾਕ ਅਤੇ ਦੂਜਾ ਟੀਮ ਕੈਨੇਡਾ। ਗੇਟਸ ਸਟਾਕ ਇੱਕ ਆਨਲਾਈਨ ਰਿਸੋਰਸ ਨॉन ਪ੍ਰੋਫਿਟ ਡਾਇਰੈਕਟਰੀ ਹੈ ਜਿਸ ਦਾ ਮੁੱਖ ਉਦੇਸ਼ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਜਿਵੇਂ ਖਾਣਾ, ਚਾਈਲਡ ਕੇਅਰ, ਫੂਡ ਬੈਂਕ ਤਾਂ ਲੋਕਾਂ ਵੱਲੋਂ ਗੇਟਸ ਸਟਾਕ ਦੀ ਵੈਬਸਾਈਟ ਤੇ ਜਾ ਕੇ ਫ੍ਰੀ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਵਿੱਚ 400 ਵਲੰਟੀਅਰਸ ਦੁਆਰਾ ਲੋਕਾਂ ਨੂੰ ਮਦਦ ਪ੍ਰਾਪਤ ਕੀਤੀ ਜਾਵੇਗੀ। ਅਤੇ ਦੂਜਾ ਪ੍ਰੋਗਰਾਮ ਟੀਮ ਕੈਨੇਡਾ ਇਹ ਇੱਕ ਬਿਜ਼ਨਸ ਡਾਇਰੈਕਟਰੀ ਹੈ ਜਿਸ ਵਿੱਚ 42 ਕੈਟਾਗਰੀਜ਼ ਸ਼ਾਮਲ ਹਨ। ਡਾਕਟਰ ਰਮਿੰਦਰ ਸਿੰਘ ਐਗਜ਼ੀਕਿਊਟਿਵ ਡਾਇਰੈਕਟਰ ਗੇਟਸ। ਅੱਜ ਅਸੀਂ 2 ਪ੍ਰੋਜੈਕਟ ਲਾਂਚ ਕੀਤੇ ਹੈਗੇ ਨੇ, ਇੱਕ ਗਿਟਸ ਸਟਾਕ ਤੇ ਟੀਮ ਕੈਨੇਡਾ। ਗਿਟਸ ਸਟਾਕ ਅਸੀਂ ਇੱਕ ਆਨਲਾਈਨ ਰਿਸੋਰਸ ਡਾਇਰੈਕਟਰੀ ਬਣਾਈ ਹੈਗੀ ਹੈ ਨॉन ਪ੍ਰੋਫਿਟ ਦੀ ਕੈਨੇਡਾ ਵਾਈਡ। ਤੁਹਾਨੂੰ ਕਿਸੇ ਕਿਸਮ ਦੀ ਕੋਈ ਲੋੜ ਹੈਗੀ ਕਿਸੇ ਨॉन ਪ੍ਰੋਫਿਟ ਤੋਂ, ਫੋਰ ਐਗਜ਼ਾਮਪਲ ਲੁਕਿੰਗ ਫॉर ਚਾਈਲਡ ਕੇਅਰ, ਫੂਡ ਬੈਂਕ, ਸੀਨੀਅਰ ਸਰਵਿਸਿਜ਼, ਐਨੀ ਕਾਈਂਡ ਆਫ ਅਦਰ ਇੰਟਰਵੈਂਸ਼ਨਸ, ਤੁਸੀਂ gitstock.com ਤੇ ਜਾਓਗੇ ਐਂਡ ਯੂ ਵਿਲ ਫਾਈਂਡ ਫ੍ਰੀ ਐਕਸੈਸ ਟੂ ਆਲ ਦ ਡਾਇਰੈਕਟਰੀ। ਆਲਮੋਸਟ 7,000 ਆਰਗੇਨਾਈਜੇਸ਼ਨ ਵਿਦ ਦ ਹੈਲਪ ਆਫ 400 ਵੋਲੰਟੀਅਰਸ ਅਸੀਂ ਐਡ ਕੀਤੀ ਹੈਗੀ ਉਹਦੇ ਵਿੱਚ ਐਂਡ ਕੋਈ ਫੀਸ ਨਹੀਂ ਹੈਗੀ। ਅਸੀਂ ਕੰਟੀਨਿਊਸਲੀ ਉੱਤੇ ਹੋਰ ਐਡ ਕਰ ਰਹੇ ਹੈਗੇ ਹਾਂ ਐਂਡ ਟੀਚਰ ਸਾਡਾ ਹੈਗਾ ਕਿ 15,000 ਆਰਗੇਨਾਈਜੇਸ਼ਨ ਨੂੰ ਅਸੀਂ ਉਹਦੇ 'ਚ ਐਡ ਕਰ ਸਕੀਏ। ਜਿਹੜਾ ਸੈਕਿੰਡ ਜਿਹੜਾ ਸਾਡਾ ਪ੍ਰੋਜੈਕਟ ਆ ਜਾਏਗਾ ਟੀਮ ਕੈਨੇਡਾ। ਅਸੀਂ ਫਿਲਹਾਲ ਓਨਟਾਰੀਓ ਵਾਈਡ ਉਹ ਡਾਇਰੈਕਟਰੀ ਬਣਾਈ ਹੈ ਬਿਜ਼ਨਸ ਡਾਇਰੈਕਟਰੀ। 42 ਕੈਟਾਗਰੀਜ਼ ਆਫ ਸਰਵਿਸਿਜ਼ ਆਪਾਂ ਐਡ ਕੀਤੀਆਂ ਉਹਦੇ ਵਿੱਚ। ਤੁਸੀਂ ਪਲੰਬਰ ਤੁਹਾਨੂੰ ਚਾਹੀਦਾ, ਤੁਹਾਨੂੰ ਇਲੈਕਟ੍ਰੀਸ਼ੀਅਨ ਚਾਹੀਦਾ, ਯੂ ਨੀਡ ਐਨੀ ਵਨ। ਐਂਡ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਹੰਡਰਡਸ ਆਫ ਜਿਹੜੇ ਕੈਨੇਡੀਅਨਸ ਨੇ ਉਹ ਆਨਲਾਈਨ ਸਕੈਮਸ ਦਾ ਸ਼ਿਕਾਰ ਹੋ ਰਹੇ ਨੇ, ਹੈ ਨਾ। ਤੁਸੀਂ ਫੀ ਪੇ ਕਰ ਦਿੰਦੇ ਹੈਗੇ ਹੋ, ਨੋ ਬਡੀਜ਼ ਟਰਨ ਅਪ। ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੈਗੇ ਹੋ, ਉਹ ਮੈਸ ਕ੍ਰੀਏਟ ਕਰ ਦਿੰਦੇ ਹੈਗੇ ਆ। ਟੂ ਹੈਲਪ ਦ ਪੀਪਲ ਆਫ ਓਨਟਾਰੀਓ ਐਂਡ ਦ ਹੋਲ ਕੈਨੇਡਾ ਅਸੀਂ teamcanada.online ਡਾਇਰੈਕਟਰੀ 'ਤੇ ਜਾਓਗੇ ਤੁਸੀਂ ਐਂਡ ਯੂ ਵਿਲ ਫਾਈਂਡ ਆਲ ਦ ਸਰਵਿਸਿਜ਼ ਇਨ ਯੂਰ ਏਰੀਆ।
we divided in 10 almost like cities. For example, Brampton, you need in Toronto, you need in like London. We have put, right now we have put 25 organizations, like the best businesses in that directory. And we are still working on it. ਅਸੀਂ ਉਹਨਾਂ ਨੂੰ Google ਤੋਂ ਉਠਾਇਆ ਹੈਗਾ ਵਾ ਜਿਨ੍ਹਾਂ ਦੀ ਬੈਸਟ ਰੇਟਿੰਗ ਹੈਗੀ ਹੈ। ਐਂਡ ਇੱਕ ਹੋਰ ਗੱਲ ਹੈ, ਅਸੀਂ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਨੂੰ ਇੰਸ਼ੋਰ ਕਰਾਂਗੇ। ਤੁਸੀਂ ਮੰਨ ਲਓ ਕਿਸੇ ਸਰਵਿਸ ਤੋਂ ਸੈਟੀਸਫਾਈ ਨਹੀਂ ਹੈਗੇ, ਕਿਸੇ ਨੇ ਬੁਰਾ ਸਰਵਿਸ ਦਿੱਤੀ ਹੈਗੀ ਹੈ, ਯੂ ਹੈਵ ਆਲ ਦਾ ਰਾਈਟ ਟੂ ਰਿਵਿਊਜ਼, to make reviews on the website ਕਿ ਤੁਸੀਂ ਦੱਸੋ ਕਿ ਸਾਨੂੰ ਕੁਝ ਉਹ ਜਿਹੜੀ ਸਰਵਿਸ ਅੱਛੀ ਨਹੀਂ ਹੈਗੀ ਹੈ। So we can replace the business, we can contact the business, ਕੋਈ fee ਨਹੀਂ ਹੈਗੀ। The only purpose is to help the people of Canada. Yeah, and we are thankful to Government of Canada, Government of Ontario and City of Brampton for supporting all our initiative. ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਘੋਸ਼ਣਾ ਕੀਤੀ ਕਿ ਓਨਟਾਰੀਓ ਲਾਈਨ ਸਬਵੇ ਪ੍ਰੋਜੈਕਟ ਤੇ ਨਿਰਮਾਣ ਸ਼ੁਰੂ ਹੋ ਰਿਹਾ ਹੈ। ਇਹ ਟੋਰਾਂਟੋ ਲਈ ਇੱਕ ਪੂਰਾ ਗੇਮ ਚੇਂਜਰ ਹੋਵੇਗਾ। ਫੋਰਡ ਨੇ ਕਿਹਾ ਕਿ ਪ੍ਰੋਜੈਕਟ ਵਿੱਚ 15 ਸਟੇਸ਼ਨ ਹੋਣਗੇ ਅਤੇ 40 ਤੋਂ ਵੱਧ ਹੋਰ ਟ੍ਰਾਂਜ਼ਿਟ ਰੂਟਾਂ ਨਾਲ ਜੁੜਨਗੇ ਅਤੇ ਓਨਟਾਰੀਓ ਪਲੇਸ ਤੋਂ ਓਨਟਾਰੀਓ ਸਾਇੰਸ ਸੈਂਟਰ ਤੱਕ ਚੱਲਣਗੇ। ਫੋਰਡ ਨਾਲ ਟੋਰਾਂਟੋ ਦੇ ਮੇਅਰ ਜੌਨ ਟੋਰੀ, ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਅਤੇ ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਵੀ ਸ਼ਾਮਲ ਹੋਏ। To begin construction on the new Ontario line. My friends, for decades, governments of every stripe have been talking about the need for new subways in the GTA. They've been studying it forever. There's been endless reports, endless committees, but finally, we're the government that got it done. Today, we're getting shovels in the ground on this once-in-a-lifetime project. First announced by our government in 2019, the Ontario line is the largest subway expansion in Canadian history. It will expand the current subway system in Toronto by a full 50%. When complete, the 16-kilometre Ontario line will travel from here at Ontario Place all the way to the Ontario Science Centre, connecting communities from east to west, north to south. The Ontario line will be an absolute game changer for this city, and we're moving forward with no delay because we want to see an end to the overcrowded subway stations and subway cars. The new Ontario line will have 15 stations and connect to more than 40 other transit routes, including GO train lines, existing TTC, subway and streetcar lines, and the Eglinton Crosstown. My friends, we're building transit infrastructure, not just for today, but for the next 50 to 100 years. This is incredible news for the people and families who rely on public transit every day of their lives. And it's another way we're creating the conditions for good paying jobs for workers as a major shot in the arm for our economy. Construction of the Ontario line is projected to generate up to $11 billion in economic benefits for the City of Toronto and the Greater Toronto Area, while supporting over 4,700 jobs per year over the next decade for hardworking women and men. ਕੈਨੇਡਾ ਵਿੱਚ ਲੇਬਰ ਸ਼ਾਰਟੇਜ ਪਹਿਲਾਂ ਹੀ ਇੱਕ ਮੁੱਦਾ ਰਹੀ ਹੈ, ਪਰ ਕੋਰੋਨਾ ਵਾਇਰਸ ਮਹਾਮਾਰੀ ਨੇ ਬਹੁਤ ਸਾਰੇ ਖੇਤਰਾਂ ਵਿੱਚ ਵਰਕਰਾਂ ਦੀ ਵੱਡੀ ਘਾਟ ਪੈਦਾ ਕਰ ਦਿੱਤੀ ਹੈ। ਇਸੇ ਦੌਰਾਨ ਹੈਲਥ ਕੇਅਰ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿੱਥੇ ਵਰਕਰਾਂ ਦੀ ਘਾਟ ਬਹੁਤ ਰੜਕ ਰਹੀ ਹੈ। ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਹੁਣ ਫੈਡਰਲ ਸਰਕਾਰ ਵੱਲੋਂ 9 ਦੇ ਕਰੀਬ ਸੰਸਥਾਵਾਂ ਨੂੰ ਫੰਡਿੰਗ ਦੇਣ ਦਾ ਐਲਾਨ ਕੀਤਾ ਗਿਆ ਹੈ। ਮੈਂ ਇੰਡੀਆ ਤੋਂ ਮਾਸਟਰਸ ਇਨ ਫਿਜ਼ੀਓਥੈਰੇਪੀ ਇਨ ਮਸਕੂਲੋਸਕੈਲਟਲ, ਜਿਹਨੂੰ ਆਪਾਂ ਵੇਗਲੀ ਆਰਥੋਪੈਡਿਕਸ ਵੀ ਕਹਿ ਦਿੰਦੇ ਆ, ਉਹਦੇ 'ਚ ਮੈਂ ਕਰਕੇ ਆਇਆ। ਫਿਰ ਕਰਕੇ ਆ ਕੇ ਆ ਸਾਰੇ ਪ੍ਰੋਸੈਸ ਦੇ ਥਰੂ ਜਾ ਕੇ ਫਿਰ ਰਿਟਨ ਐਗਜ਼ਾਮ ਬੰਦਾ ਦਿੰਦਾ, ਉਹ CAPR ਲੈਂਦਾ ਸੀ, ਫਿਰ ਉਹ ਕਲੀਅਰ ਹੋ ਜਾਂਦਾ, ਫਿਰ ਕਲੀਨਿਕਲ ਕੰਪੋਨੈਂਟ ਹੁੰਦਾ, ਫਿਰ ਉਹ ਹੁੰਦਾ, ਫਿਰ ਤੁਹਾਨੂੰ ਫੁੱਲੀ ਲਾਇਸੈਂਸ ਮਿਲਦਾ ਹੈ ਪ੍ਰੈਕਟਿਸ ਕਰਨ ਦਾ। ਕਿਉਂਕਿ ਈਜ਼ੀ ਨਹੀਂ ਕਿ ਮੈਡੀਕਲ ਪੈਰਾਮੈਡੀਕਲ ਕੋਈ ਲਾਈਨ ਦੀ ਇਹਦੀ ਪੜ੍ਹਾਈ ਬਹੁਤ ਜ਼ਿਆਦਾ ਡਿਫੀਕਲਟ ਹੈ, ਤਾਂ ਲੰਮਾ ਟਾਈਮ ਬੈਠਣਾ ਪੈਂਦਾ ਸਾਰਾ। ਕਈਆਂ ਦੇ ਬੱਚੇ ਬਹੁਤ ਛੋਟੇ ਸੀ, ਸਾਰਾ ਸੀ। ਉਹ ਫਰੀਕੁਐਂਟਲੀ ਆਲਮੋਸਟ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ 5 ਵਾਰੀ ਐਗਜ਼ਾਮ ਕੈਂਸਲ ਹੋਇਆ ਜੀ। ਤਾਂ ਮਾਰਚ 2020 ਤੋਂ ਲੈ ਕੇ ਫਿਰ ਮਾਰਚ 2021 'ਚ ਫਿਰ ਟਰਾਈ ਕੀਤੀ। ਫਿਰ 21 ਦੇ ਵਿੱਚ ਜਦੋਂ ਐਗਜ਼ਾਮ ਹੋ ਰਿਹਾ ਸੀਗਾ ਵਰਚੁਅਲੀ, ਉਦੋਂ ਉਹ ਕੋਈ ਸਾਈਟ ਕਰੈਸ਼ ਹੋ ਗਈ ਕਿਸੇ ਤਰ੍ਹਾਂ ਨਾਲ, ਫਿਰ ਉਹ ਕੈਂਸਲ ਹੋਇਆ। ਅਖੀਰ ਦੇ ਵਿੱਚ ਹੁਣ ਜਨਵਰੀ 2022 ਦੇ ਵਿੱਚ ਐਗਜ਼ਾਮ ਕੰਡਕਟ ਹੋਇਆ। ਸਟੂਡੈਂਟਸ ਨੇ ਕਈਆਂ ਨੇ ਇਹਦੇ ਵਿੱਚ ਨਾ ਈਮੇਲ ਪਾਈ ਸੀਗੀ ਕਾਲਜ ਨੂੰ ਤੇ ਉੱਥੇ CAPR ਨੂੰ ਵੀ ਜੇ ਤੁਸੀਂ ਸਾਡੇ ਰਿਟਨ ਕਲੀਅਰ ਹੋਏ ਹੋਏ ਆ, ਤੁਸੀਂ ਸਾਨੂੰ ਪ੍ਰੈਕਟਿਸ ਦੀ ਪਰਮਿਸ਼ਨ ਦੇ ਦਿਓ। ਜੇ ਅਸੀਂ ਪ੍ਰੈਕਟਿਸ ਮਤਲਬ ਕਿਉਂਕਿ ਆਪਦੇ ਤੁਹਾਨੂੰ ਡੇ ਟੂ ਡੇ ਜਿਹੜੇ ਐਕਸਪੈਂਸਿਸ ਹੈਗੇ ਆ ਉਹ ਕੈਰੀ ਆਊਟ ਕਰਨ ਵਾਸਤੇ, ਫੀਸਾਂ ਭਰਨ ਵਾਸਤੇ,
ਕਾਸੇ ਵਾਸਤੇ ਤੁਹਾਨੂੰ ਕੋਈ ਕੰਮ ਕਰਨਾ ਪਊਗਾ। ਇਸ ਕਰਕੇ ਇੰਨੀ ਜ਼ਿਆਦਾ ਇਹ ਸਟ੍ਰੈਸਫੁਲ ਰਿਹਾ ਸਿਸਟਮ। ਤਾਂ ਜਦੋਂ ਈਮੇਲ ਕਰਦੇ ਰਹੇ ਸਟੂਡੈਂਟਸ ਵੀ ਸਾਨੂੰ ਪਰਮਿਸ਼ਨ ਦੇ ਦਿਓ, ਉਹ ਕਹਿੰਦੇ ਵੀ ਅਸੀਂ ਹਲੇ ਪਰਮਿਸ਼ਨ ਨਹੀਂ ਦੇ ਸਕਦੇ, ਤੁਹਾਨੂੰ ਕਾਉਂਸਲਿੰਗ ਦੇ ਸੈਸ਼ਨ ਪ੍ਰੋਵਾਈਡ ਕਰ ਦਿੰਦੇ ਆ ਵੀ ਸਟ੍ਰੈਸ ਹੋਊਗਾ ਤੇ ਤੁਸੀਂ ਕਾਉਂਸਲਿੰਗ। ਹੁਣ ਉਹ ਕਾਉਂਸਲਿੰਗ ਦੇ ਸੈਸ਼ਨ ਸਟ੍ਰੈਸ ਤਾਂ ਉਤਾਰ ਦਿੰਦੇ ਆ ਜੀ, ਪਰ ਉਹ ਜਿਨ੍ਹਾਂ ਦਾ ਬੱਚਾ ਕੋਈ ਸਾਲ ਦਾ ਹੈ, ਕਿਸੇ ਦਾ 1.5 ਸਾਲ ਦਾ ਹੈ, ਕਿਸੇ ਦਾ 6 ਮਹੀਨਿਆਂ ਦਾ ਹੈ, ਉਹਦੇ ਵਾਸਤੇ ਰੋਟੀ ਦਾ ਇੰਤਜ਼ਾਮ ਨਹੀਂ ਨਾ ਹੁੰਦਾ ਗਾ ਸਾਰਾ, ਉਹਨੇ ਰੈਂਟ ਵੀ ਭਰਨਾ ਸਾਰਾ। Our members that were surveyed say their workloads have gotten worse over the last 2 years. ਬੀਤੇ ਦਿਨ ਪਹਿਲਾਂ ਓਨਟਾਰੀਓ ਦੇ ਬੇਲਵਿਲ ਸ਼ਹਿਰ ਨੇੜੇ 401 ਹਾਈਵੇ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਮਾਰੇ ਗਏ ਸਨ। ਉਹਨਾਂ ਦੇ ਅੰਤਿਮ ਦਰਸ਼ਨਾਂ ਵਾਸਤੇ ਬਰੈਂਪਟਨ ਕ੍ਰੀਮਾਟੋਰੀਅਮ ਸੈਂਟਰ ਵਿੱਚ ਵਿਦਾਇਗੀ ਸਮਾਗਮ ਰੱਖਿਆ ਗਿਆ, ਜਿਸ ਵਿੱਚ ਭਾਈਚਾਰੇ ਅਤੇ ਵਿਦਿਆਰਥੀਆਂ ਨੇ ਵਿਛੜ ਚੁੱਕੀਆਂ ਰੂਹਾਂ ਨੂੰ ਨਮ ਅੱਖਾਂ ਅਤੇ ਉਦਾਸ ਮਨ ਨਾਲ ਕੈਨੇਡਾ ਤੋਂ ਅੰਤਿਮ ਵਿਦਾਇਗੀ ਦਿੱਤੀ। ਭੈਣਾਂ ਬਣਾਇਆ ਹੋਇਆ ਸੀ ਸਾਨੂੰ। ਮੇਰਾ ਲੈਪਟਾਪ ਲੈ ਕੇ ਗਏ ਹੋਏ ਸੀ, ਉਹ ਲੈਪਟਾਪ ਵਾਪਸ ਦੇਣ ਆਏ ਸੀ। ਜਿੱਦਣ ਜਾਣਾ ਸੀ ਉਹ ਤੋਂ ਇੱਕ ਦਿਨ ਪਹਿਲਾਂ ਹੀ ਸਾਡੇ ਕੋਲ ਹੋ ਕੇ ਗਏ ਆ। ਘੰਟਾ 1.5 ਘੰਟਾ ਬਹਿ ਕੇ ਬੱਸ ਸਟਾਪ ਤੱਕ ਵੀ ਗਏ ਆ, ਸਾਡੇ ਨਾਲ ਕਾਫੀ ਗੱਲਾਂ ਕੀਤੀਆਂ, ਇਕੱਠੇ ਘੁੰਮਣ ਜਾਂਦੇ ਹੁੰਦੇ ਸੀ, ਕੰਮ ਵਗੈਰਾ ਕਰਦੇ ਹੁੰਦੇ ਸੀ। ਮੈਂ ਯੂਜਲੀ ਨਾਈਟ ਸ਼ਿਫਟ ਤੋਂ ਵਾਪਸ ਇਕੱਲੀ ਆਉਂਦੀ ਹੁੰਦੀ ਸੀ ਘਰੇ, ਤਾਂ ਮੈਨੂੰ ਘਰ ਤੱਕ ਛੱਡ ਕੇ ਜਾਂਦੇ ਹੁੰਦੇ ਸੀ ਕਿਉਂਕਿ ਬੱਸਿਸ ਬੰਦ ਹੋ ਜਾਂਦੀਆਂ ਰਾਤ ਨੂੰ। ਫਿਰ ਕਹਿੰਦੇ ਹੁੰਦੇ ਸੀ ਵੀ ਤੂੰ ਇਕੱਲੀ ਪੈਦਲ ਥੋੜ੍ਹੀ ਜਾਏਂਗੀ। ਮੈਂ ਸਾਡਾ ਵੀ ਦੋਸਤ ਸੀਗਾ, ਸਾਡਾ ਵੀ ਯਾਰ ਮਿੱਤਰ ਸੀ। ਕੀ ਕਹਿ ਸਕਦੇ ਆ ਇਸ ਮੌਕੇ 'ਤੇ, ਕੁਛ ਸ਼ਬਦ ਹੈ ਨਹੀਂ ਭਾਜੀ ਆਪਣੇ ਕੋਲ। ਤਾਂ ਮਤਲਬ ਜਦੋਂ ਡੈਥ ਹੋਈ ਹੈ ਇਹਨਾਂ ਦੀ, ਕੁਛ ਥੋੜ੍ਹੇ ਦਿਨ ਪਹਿਲਾਂ ਹੀ ਮੇਰੀ ਸਿਸਟਰ ਕੋਲ ਆਇਆ ਸੀ, ਮਿਲਣ ਆਇਆ ਸੀ। ਐਂਡ ਲਿਟਰਲੀ ਕਹਿੰਦਾ ਵੈਸੇ ਹੀ ਮਿਲਣ ਦਾ ਦਿਲ ਕਰ ਰਿਹਾ ਅਤੇ ਮਿਲ ਕੇ ਗਿਆ ਸਪੈਸ਼ਲੀ। ਉਹ ਪਤਾ ਥੋੜ੍ਹੀ ਸੀ ਵੀ 2 ਦਿਨ ਬਾਅਦ ਇੱਦਾਂ ਹੋ ਜਾਣਾ। ਇਹਦੇ ਨਾਲ ਜਦੋਂ ਗੱਲ ਕੀਤੀ, ਮਤਲਬ ਕਿ ਉਹ ਤਾਂ ਐਂ ਕਹਿੰਦੇ ਆ ਕਿ ਹੁਣ ਤਾਂ ਸਾਡੇ ਤੋਂ ਰੋਇਆ ਵੀ ਨਹੀਂ ਜਾਂਦਾ ਪਿਆ, ਇੰਨਾ ਬੁਰਾ ਹਾਲ ਹੋ ਚੁੱਕਿਆ, ਹੁਣ ਤਾਂ ਬਸ ਸਾਨੂੰ ਆਖਰੀ ਵੇਲੇ ਇੱਕ ਵਾਰੀ ਦੇਖਣ ਨੂੰ ਮੌਕਾ ਮਿਲ ਜਾਏ। ਸਾਡੀ ਇਹ ਕੋਸ਼ਿਸ਼ ਹੈ ਕਿ ਸਾਰਿਆਂ ਦੀ ਜਿਹੜੀ ਬੋਡੀਜ਼ ਹੈ ਇੱਕ ਫਲਾਈਟ ਦੇ ਵਿੱਚ ਭੇਜੀਆਂ ਜਾਣ, ਕਿਉਂਕਿ ਇਸ ਤਰ੍ਹਾਂ ਨਾ ਹੋਵੇ ਕਿ 2-3 ਦੀਆਂ ਪਹਿਲਾਂ ਚੱਲ ਜਾਣ, ਬਾਕੀ ਦੇ ਫੈਮਿਲੀ ਵਾਸਤੇ ਹੋਰ ਵੀ ਜ਼ਿਆਦਾ ਸਫਰਿੰਗ ਹੋ ਜਾਏਗੀ। ਸੋ ਅੱਜ ਦਾ ਇਹ ਜਿਹੜੀ ਮੈਮੋਰੀਅਲ ਸਰਵਿਸ ਰੱਖੀ ਹੈ ਜੀ, ਕਮਿਊਨਿਟੀ ਚਾਹੁੰਦੀ ਸੀ ਜੀ ਕਿ ਉਹਨਾਂ ਦੇ ਫਰੈਂਡ ਵੀ ਚਾਹੁੰਦੇ, ਸਟੂਡੈਂਟ ਚਾਹੁੰਦੇ ਸਨ ਕਿ ਅਸੀਂ ਇੱਥੇ ਆ ਕੇ ਉਹਨਾਂ ਨੂੰ ਦੇਖ ਸਕੀਏ, ਫੇਅਰਵੈਲ ਕਹਿ ਸਕੀਏ, ਉਹਨਾਂ ਨੂੰ ਟ੍ਰਿਬਿਊਟ ਪੇ ਕਰ ਸਕੀਏ, ਅੰਤਮ ਵਿਦਾਇਗੀ ਦੇ ਸਕੀਏ। ਅਤੇ ਮੈਂ ਸਮਝਦਾ ਬਹੁਤ ਸਾਰੇ ਬੱਚਿਆਂ ਵਾਸਤੇ ਲਰਨਿੰਗ ਲੈਸਨ ਵੀ ਹੈ, ਜਦੋਂ ਆਉਣਗੇ ਉਹ ਦੇਖਣਗੇ ਉਹਨਾਂ ਨੂੰ ਇਸ ਹਾਲਾਤ ਦੇ ਵਿੱਚ, ਅਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਉਹ ਜਾਨਾਂ ਜਿਹੜੀਆਂ ਸੇਫਟੀ ਅਤੇ ਸਿਕਿਉਰਿਟੀ ਦੇ ਕਾਰਨ ਬਚ ਵੀ ਜਾਣ। ਉਹਨਾਂ ਨੂੰ ਇਹ ਬੇਨਤੀ ਹੈ ਕਿ ਵੱਡੀ ਜਿਹੜਾ ਡਿਲੇ ਹੈ ਬੋਡੀ ਭੇਜਣ ਦੇ ਵਿੱਚ, ਉਹ ਡੈਥ ਸਰਟੀਫਿਕੇਟ ਮਿਲਣ ਦੇ ਵਿੱਚ ਹੈ ਜੀ। ਇੱਥੇ ਡੈਥ ਸਰਟੀਫਿਕੇਟ ਥੰਡਰ ਵੇ ਤੋਂ ਆਉਂਦੇ ਨੇ ਜੀ, ਕੋਰੇ ਨੇ ਜੀ। ਉਹਨਾਂ ਦਾ ਸਟੈਂਡਰਡ ਟਾਈਮ 72 ਆਵਰਸ ਹੈ ਜੀ, ਜੇ ਵਿੱਚ ਵੀਕਐਂਡ ਆ ਜਾਏ ਤਾਂ 5 ਦਿਨ ਲੱਗ ਜਾਂਦੇ ਨੇ ਜੀ। ਇਹੋ ਜਿਹੀਆਂ ਜਿਹੜੀਆਂ ਐਮਰਜੈਂਸੀ ਸਰਵਿਸ ਸਰਕਾਰਾਂ ਦੀਆਂ ਹੁੰਦੀਆਂ ਨੇ, ਪਾਸਪੋਰਟ ਇਸ਼ੂ ਕਰਨ ਵਾਸਤੇ, ਵੀਜ਼ਾ ਵਾਸਤੇ, ਹੋਰ ਸਾਰਿਆਂ ਦੀਆਂ ਹੁੰਦੀਆਂ, ਇਸੇ ਤਰ੍ਹਾਂ ਇੱਥੇ ਵੀ ਇੱਕ ਕੋਈ ਜਿਹੜੀ ਐਮਰਜੈਂਸੀ ਸਰਵਿਸ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਜਿਹੜੇ ਪੇਰੈਂਟਸ ਨੂੰ ਜਾਂ ਪਰਿਵਾਰ ਨੂੰ ਉਹਨਾਂ ਦੀਆਂ ਬੋਡੀਜ਼ ਨੂੰ ਰਿਸੀਵ ਕਰਨ, ਲਵਡ ਵਨ ਰਿਸੀਵ ਕਰਨ, 5 ਦਿਨ ਹੋਰ ਐਕਸਟਰਾ ਨਾ